ਦੋਸਤੋ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਸਰਫਰਾਜ਼ ਅਹਿਮਦ ਐਜ਼ ਅ ਵਿਕਟ ਕੀਪਰ ਬੱਲੇਬਾਜ਼ ਸੀ। ਜਿਸ ਤਰ੍ਹਾਂ ਇੰਡੀਆ ਦੀ ਕ੍ਰਿਕਟ ਟੀਮ ਦੇ ਵਿੱਚ ਮਹਿੰਦਰਾ ਸਿੰਘ ਧੋਨੀ ਇੱਕ ਵਿਕਟ ਕੀਪਰ ਬੱਲੇਬਾਜ਼ ਸੀ, ਇਸੇ ਤਰ੍ਹਾਂ ਸਰਫਰਾਜ਼ ਅਹਿਮਦ ਵੀ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਵਿਕਟ ਕੀਪਰ ਬੱਲੇਬਾਜ਼ ਸੀ। ਸਰਫਰਾਜ਼ ਅਹਿਮਦ ਦੀ ਕਿਆਦਤ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਨੇ 2017 ਦੇ ਵਿੱਚ ਚੈਂਪੀਅਨਸ ਟਰਾਫੀ ਇੰਡੀਆ ਦੇ ਖਿਲਾਫ ਜਿੱਤੀ ਸੀ। ਦੋਸਤੋ ਇਸ ਚੈਂਪੀਅਨਸ ਟਰਾਫੀ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਨੇ ਬਹੁਤ ਉਮਦਾ ਪਰਫਾਰਮੈਂਸ ਦਿੱਤੀ ਸੀ। ਸਰਫਰਾਜ਼ ਅਹਿਮਦ ਉਹ ਪਹਿਲੇ ਕਪਤਾਨ ਸੀ ਜਿਨ੍ਹਾਂ ਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਇੰਡੀਆ ਦੇ ਅਗੇਂਸਟ ਚੈਂਪੀਅਨਸ ਟਰਾਫੀ ਜਿਤਾਈ ਸੀ। ਲੇਕਿਨ ਦੋਸਤੋ ਹੁਣ ਇਹ ਵਕਤ ਆ ਗਿਆ ਵਾ ਕਿ ਕੌਮੀ ਕ੍ਰਿਕਟ ਟੀਮ ਦੇ ਕਪਤਾਨ ਰਹਿਣ ਵਾਲੇ ਸਰਫਰਾਜ਼ ਅਹਿਮਦ ਨੂੰ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਜਗ੍ਹਾ ਬੜੀ ਮੁਸ਼ਕਲ ਦੇ ਨਾਲ ਮਿਲ ਪਾ ਰਹੀ ਹੈ। ਸਰਫਰਾਜ਼ ਅਹਿਮਦ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਅਗਲਾ ਮੈਚ ਖੇਲਣਗੇ ਜਾਂ ਨਹੀਂ, ਅਗਲੇ ਮੈਚ ਦੇ ਵਿੱਚ ਕ੍ਰਿਕਟ ਬੋਰਡ ਉਹਨਾਂ ਨੂੰ ਟੀਮ ਦੇ ਵਿੱਚ ਸ਼ਾਮਲ ਕਰੇਗਾ ਜਾਂ ਨਹੀਂ। ਦੋਸਤੋ ਇਹ ਸਾਰਾ ਕੁਝ ਕਿਉਂ ਹੋਇਆ ਵਾ? ਤੁਹਾਨੂੰ ਕੀ ਲੱਗਦਾ ਵਾ ਕਿ ਮੁਹੰਮਦ ਰਿਜ਼ਵਾਨ ਨੇ ਸਰਫਰਾਜ਼ ਅਹਿਮਦ ਦੀ ਜਗ੍ਹਾ ਲੈ ਲਈ ਆ? ਲੇਕਿਨ ਦੋਸਤੋ ਇਹ ਗੱਲ ਕਿਸੇ ਹੱਦ ਤੱਕ ਸਹੀ ਵੀ ਆ, ਕਿਉਂਕਿ ਸਰਫਰਾਜ਼ ਅਹਿਮਦ ਦੀ ਮੁਸਲਸਲ ਬੁਰੀ ਪਰਫਾਰਮੈਂਸ ਦੀ ਵਜ੍ਹਾ ਤੋਂ ਮੁਹੰਮਦ ਰਿਜ਼ਵਾਨ ਕੌਮੀ ਕ੍ਰਿਕਟ ਟੀਮ ਦੇ ਵਿੱਚ ਆਏ ਸੀ। ਕੌਮੀ ਕ੍ਰਿਕਟ ਟੀਮ ਦੇ ਵਿੱਚ ਸਰਫਰਾਜ਼ ਅਹਿਮਦ ਦੀ ਜਗ੍ਹਾ ਮੁਹੰਮਦ ਰਿਜ਼ਵਾਨ ਨੇ ਲੈ ਲਈ ਸੀ, ਕਿਉਂਕਿ ਮੁਹੰਮਦ ਰਿਜ਼ਵਾਨ ਵੀ ਐਜ਼ ਅ ਵਿਕਟ ਕੀਪਰ ਬੱਲੇਬਾਜ਼ ਸੀ। ਮੁਹੰਮਦ ਰਿਜ਼ਵਾਨ ਨੇ ਉਹਦੇ ਸਾਰ ਹੀ ਬਹੁਤ ਉਮਦਾ ਪਰਫਾਰਮੈਂਸ ਦਿੱਤੀ ਸੀ, ਬੜੇ ਅੱਛੇ ਤਰੀਕੇ ਦੇ ਨਾਲ ਉਹ ਵਿਕਟ ਕੀਪਿੰਗ ਵੀ ਕਰਦੇ ਸੀ। ਸਰਫਰਾਜ਼ ਅਹਿਮਦ ਦੀ ਨਿਸਬਤ ਮੁਹੰਮਦ ਰਿਜ਼ਵਾਨ ਦੀ ਕਾफ़ी ਅੱਛੀ ਪਰਫਾਰਮੈਂਸ ਸੀ। ਦੋਸਤੋ ਮੁਹੰਮਦ ਰਿਜ਼ਵਾਨ ਨੇ ਸਰਫਰਾਜ਼ ਅਹਿਮਦ ਦੀ ਨਿਸਬਤ ਬਹੁਤ ਉਮਦਾ ਪਰਫਾਰਮੈਂਸ ਪਿਛਲੇ 4 ਸਾਲਾਂ ਦੇ ਵਿੱਚ ਦਿੱਤੀ ਆ। ਸਰਫਰਾਜ਼ ਅਹਿਮਦ ਨੂੰ ਤੇ ਇਸੇ ਵਜ੍ਹਾ ਤੋਂ ਕੌਮੀ ਕ੍ਰਿਕਟ ਟੀਮ ਦੇ ਵਿੱਚ ਜਗ੍ਹਾ ਦੁਬਾਰਾ ਨਹੀਂ ਮਿਲ ਪਾ ਰਹੀ, ਕਿਉਂਕਿ ਮੁਹੰਮਦ ਰਿਜ਼ਵਾਨ ਬਹੁਤ ਉਮਦਾ ਪਰਫਾਰਮੈਂਸ ਦਿੰਦੇ ਪਏ ਸੀ। ਪਿਛਲੇ 4 ਸਾਲਾਂ ਦੇ ਵਿੱਚ ਮੁਹੰਮਦ ਰਿਜ਼ਵਾਨ ਨੇ 117 ਇਨਿੰਗਸ ਖੇਲੀਆਂ ਵਾ। 117 ਇਨਿੰਗਸ ਦੇ ਵਿੱਚ ਮੁਹੰਮਦ ਰਿਜ਼ਵਾਨ ਨੇ 5285 ਸਕੋਰ ਬਣਾਇਆ ਵਾ। ਮੁਹੰਮਦ ਰਿਜ਼ਵਾਨ ਨੇ ਵਿਰਾਟ ਕੋਹਲੀ ਤੇ ਬਾਬਰ ਆਜ਼ਮ ਨੂੰ ਬਹੁਤ ਪਿੱਛੇ ਛੱਡਤਾ ਵਾ। ਦੋਸਤੋ ਪਿਛਲੇ 4 ਸਾਲਾਂ ਦੇ ਵਿੱਚ ਮੁਹੰਮਦ ਰਿਜ਼ਵਾਨ ਨੇ ਵਿਰਾਟ ਕੋਹਲੀ ਤੇ ਬਾਬਰ ਆਜ਼ਮ ਤੋਂ ਵੀ ਜ਼ਿਆਦਾ ਸਕੋਰ ਬਣਾਏ ਆ। 5285 ਸਕੋਰ ਸਿਰਫ 117 ਇਨਿੰਗਸ ਦੇ ਵਿੱਚ ਮੁਹੰਮਦ ਰਿਜ਼ਵਾਨ ਨੇ ਬਣਾਏ ਆ। ਮੁਹੰਮਦ ਰਿਜ਼ਵਾਨ ਦੀ ਇਸੇ ਉਮਦਾ ਪਰਫਾਰਮੈਂਸ ਦੀ ਵਜ੍ਹਾ ਤੋਂ ਸਰਫਰਾਜ਼ ਅਹਿਮਦ ਨੂੰ ਪਿਛਲੇ 4 ਸਾਲਾਂ ਤੋਂ ਕੌਮੀ ਕ੍ਰਿਕਟ ਟੀਮ ਦੇ ਵਿੱਚ ਜਗ੍ਹਾ ਨਹੀਂ ਮਿਲ ਪਾ ਰਹੀ। ਦੋਸਤੋ ਕੌਮੀ ਕ੍ਰਿਕਟ ਟੀਮ ਜਦੋਂ ਆਸਟ੍ਰੇਲੀਆ ਗਈ ਸੀ ਤੇ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਟੈਸਟ ਮੈਚ ਦੇ ਵਿੱਚ ਮੁਹੰਮਦ ਰਿਜ਼ਵਾਨ ਨੂੰ ਆਰਾਮ ਦਿੱਤਾ ਗਿਆ ਸੀ। ਉਹਨਾਂ ਦੀ ਜਗ੍ਹਾ ਤੇ ਸਰਫਰਾਜ਼ ਅਹਿਮਦ ਨੂੰ ਖਿਲਾਇਆ ਗਿਆ ਸੀ, ਲੇਕਿਨ ਸਰਫਰਾਜ਼ ਅਹਿਮਦ ਉਹ ਪਹਿਲੇ ਟੈਸਟ ਮੈਚ ਦੇ ਵਿੱਚ ਕੋਈ ਖਾਸ ਪਰਫਾਰਮ ਨਹੀਂ ਕਰ ਪਾਏ ਸੀ। ਲੇਕਿਨ ਉਸ ਤੋਂ ਬਾਅਦ 'ਚ ਸਰਫਰਾਜ਼ ਅਹਿਮਦ ਨੂੰ ਫਿਰ ਆਸਟ੍ਰੇਲੀਆ ਦੇ ਖਿਲਾਫ ਟੈਸਟ ਮੈਚ ਦੇ ਵਿੱਚ ਮੌਕਾ ਨਹੀਂ ਦਿੱਤਾ ਗਿਆ। ਸਿਰਫ ਇੱਕ ਮੌਕਾ ਸਰਫਰਾਜ਼ ਅਹਿਮਦ ਨੂੰ ਦਿੱਤਾ ਗਿਆ। ਆਸਟ੍ਰੇਲੀਆ ਦੇ ਖਿਲਾਫ ਤੀਸਰੇ ਟੈਸਟ ਮੈਚ ਦੇ ਵਿੱਚ ਫਿਰ ਮੁਹੰਮਦ ਰਿਜ਼ਵਾਨ ਨੂੰ ਸ਼ਾਮਲ ਕੀਤਾ ਗਿਆ। ਮੁਹੰਮਦ ਰਿਜ਼ਵਾਨ ਨੇ ਉਹ ਸਿਡਨੀ ਦੇ ਵਿੱਚ ਖੇਲੇ ਗਏ ਤੀਸਰੇ ਟੈਸਟ ਮੈਚ ਦੇ ਵਿੱਚ 88 ਸਕੋਰ ਬਣਾਏ ਸੀ ਇੱਕ ਇਨਿੰਗ ਦੇ ਵਿੱਚ। ਦੋਸਤੋ ਐਜ਼ ਅ ਵਿਕਟ ਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਸਰਫਰਾਜ਼ ਅਹਿਮਦ ਨੂੰ ਵੀ ਪਿੱਛੇ ਛੱਡਤਾ ਵਾ। ਮੁਹੰਮਦ ਰਿਜ਼ਵਾਨ ਨੇ ਆਸਟ੍ਰੇਲੀਆ ਦੇ ਖਿਲਾਫ ਟੈਸਟ ਸੀਰੀਜ਼ ਦੇ ਵਿੱਚ 300 ਤੋਂ ਵੀ ਜ਼ਿਆਦਾ ਸਕੋਰ ਬਣਾਏ ਆ। ਇਸ ਤੋਂ ਪਹਿਲਾਂ ਸਰਫਰਾਜ਼ ਅਹਿਮਦ ਨੇ ਆਸਟ੍ਰੇਲੀਆ ਦੇ ਖਿਲਾਫ 237 ਸਕੋਰ ਬਣਾਏ ਸੀ, ਲੇਕਿਨ ਵਿਕਟ ਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਆਸਟ੍ਰੇਲੀਆ ਦੇ ਖਿਲਾਫ 300 ਤੋਂ ਵੀ ਜ਼ਿਆਦਾ ਰਨਸ ਬਣਾकर ਸਰਫਰਾਜ਼ ਅਹਿਮਦ ਨੂੰ ਪਿੱਛੇ ਛੱਡਤਾ ਵਾ। ਅਗਰ ਮੁਹੰਮਦ ਰਿਜ਼ਵਾਨ ਦੀ ਇਸੇ ਤਰ੍ਹਾਂ ਪਰਫਾਰਮੈਂਸ ਅੱਛੀ ਰਹੀ, ਅੱਛਾ ਉਹ ਪਰਫਾਰਮ ਕਰਦੇ ਰਹੇ, ਤੇ ਮੈਨੂੰ ਨਹੀਂ ਲੱਗਦਾ ਕਿ ਸਰਫਰਾਜ਼ ਅਹਿਮਦ ਨੂੰ ਕੌਮੀ ਕ੍ਰਿਕਟ ਟੀਮ ਦੇ ਵਿੱਚ ਜਗ੍ਹਾ ਮਿਲ ਪਾਏਗੀ। ਲੇਕਿਨ ਦੋਸਤੋ ਹੁਣ ਕੌਮੀ ਕ੍ਰਿਕਟ ਟੀਮ ਨਿਊਜ਼ੀਲੈਂਡ ਗਈ ਹੋਈ ਆ 5 T20 ਮੈਚ ਖੇਡਣ ਵਾਸਤੇ। ਸਰਫਰਾਜ਼ ਅਹਿਮਦ ਵੀ ਕੌਮੀ ਕ੍ਰਿਕਟ ਟੀਮ ਦੇ ਨਾਲ ਗਏ ਹੋਏ ਆ, ਲੇਕਿਨ ਪਤਾ ਨਹੀਂ ਹੁਣ ਪਾਕਿਸਤਾਨ ਕ੍ਰਿਕਟ ਟੀਮ ਸਰਫਰਾਜ਼ ਅਹਿਮਦ ਨੂੰ ਦੁਬਾਰਾ ਮੌਕਾ ਦਿੰਦੀ ਆ ਜਾਂ ਨਹੀਂ, ਜਾਂ ਮੁਹੰਮਦ ਰਿਜ਼ਵਾਨ ਨੂੰ ਹੀ ਚਾਂਸ ਦੇਗੀ। ਲੇਕਿਨ ਦੋਸਤੋ ਤੁਸੀਂ ਕੀ ਕਹਿੰਦੇ ਆ ਕਿ ਸਰਫਰਾਜ਼ ਅਹਿਮਦ ਨੂੰ ਕੌਮੀ ਕ੍ਰਿਕਟ ਟੀਮ ਦੇ ਵਿੱਚ ਹੋਣਾ ਚਾਹੀਦਾ ਵਾ ਜਾਂ ਨਹੀਂ? ਤੁਸੀਂ ਇਸ ਬਾਰੇ ਕੀ ਕਹਿੰਦੇ ਆ?